ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ। ਅੱਜ ਆਪਾਂ ਮਿਤੀ 27/10/2020 ਦੀ ਬੈਚ ਸ਼ੀਟ 50 ਕਰਨ ਜਾ ਰਹੇ ਹਾਂ। ਉਮੀਦ ਹੈ ਕਿ ਤੁਸੀਂ ਮੇਰੇ ਨਾਲ ਇਸ ਵੀਡੀਓ ਦੇ ਅੰਤ ਤੱਕ ਜ਼ਰੂਰ ਬਣੇ ਰਹੋਗੇ। ਤਾਂ ਦੇਖੋ, ਆਪਣਾ ਪਹਿਲਾ ਵਿਸ਼ਾ ਪੰਜਾਬੀ। ਉਂਝ ਤਾਂ ਸਾਰੇ ਪੰਛੀ ਹੀ ਸੋਹਣੇ ਅਤੇ ਕੁਦਰਤ ਦਾ ਅਨਮੋਲ ਖਜ਼ਾਨਾ ਹਨ, ਪਰ ਵਿਜੜਾ ਪੰਛੀ ਦੀ ਗੱਲ ਹੀ ਹੋਰ ਹੈ। ਇਹ ਵੇਖਣ ਵਿੱਚ ਚਿੜੀ ਵਰਗਾ ਹੁੰਦਾ ਹੈ, ਪਰ ਇਸ ਦੀ ਵਿਲੱਖਣਤਾ ਉਸਦੇ ਬਣਾਏ ਆਲ੍ਹਣੇ ਕਰਕੇ ਹੈ। ਬਿਜੜੀ ਦਾ ਆਲ੍ਹਣਾ ਦਰੱਖਤਾਂ 'ਤੇ ਲਾਲਟੇਨ ਵਾਂਗ ਲਟਕਦਾ ਦਿਖਾਈ ਦਿੰਦਾ ਹੈ। ਇਹ ਬਹੁਤ ਮਿਹਨਤ ਨਾਲ ਆਲ੍ਹਣਾ ਤਿਆਰ ਕਰਦਾ ਹੈ। ਨਿੱਕੇ ਨਿੱਕੇ ਤੀਲਿਆਂ, ਘਾਹ ਫੂਸ ਅਤੇ ਪੱਤਿਆਂ ਨੂੰ ਬੁਣ ਕੇ ਆਪਣਾ ਬਹੁਤ ਸੋਹਣਾ ਆਲ੍ਹਣਾ ਤਿਆਰ ਕਰਦਾ ਹੈ। ਇਸ ਕਰਕੇ ਇਸ ਨੂੰ ਕਲਾਕਾਰ ਪੰਛੀ ਵੀ ਕਿਹਾ ਜਾਂਦਾ ਹੈ। ਤਾਂ ਫਰੈਂਡਸ, ਇਸ ਪੈਰੇ ਦੇ ਵਿੱਚ ਆਪਾਂ ਨੂੰ ਬਿਜੜੇ ਪੰਛੀ ਬਾਰੇ ਦੱਸਿਆ ਗਿਆ ਹੈ। ਬਿਜੜਾ ਇੱਕ ਬਹੁਤ ਹੀ ਸੋਹਣਾ ਅਤੇ ਕਲਾਕਾਰ ਪੰਛੀ ਹੈ। ਤਾਂ ਹੁਣ ਆਪਾਂ ਇਸ ਦੇ ਰਿਲੇਟਿਡ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਤਾਂ ਦੇਖੋ, ਆਪਣਾ ਪ੍ਰਸ਼ਨ 1, ਆਲ੍ਹਣਾ ਸ਼ਬਦ ਵਿੱਚ ਲ ਦੇ ਪੈਰ ਵਿੱਚ ਕਿਹੜੇ ਅੱਖਰ ਦਾ ਚਿੰਨ੍ਹ ਹੈ? ਹਾਹਾ, ਚੱਚਾ, ਰਾਰਾ, ਵਾਵਾ। ਫਰੈਂਡਸ, ਆਪਣਾ ਊੜਾ ਆਪਸ਼ਨ ਹਾਹਾ ਬਿਲਕੁਲ ਸਹੀ ਹੈ, ਕਿਉਂਕਿ ਜੇ ਆਪਾਂ ਲੱਲੇ ਦੇ ਪੈਰ ਵਿੱਚ ਹਾਹਾ ਨਹੀਂ ਪਾਵਾਂਗੇ ਤਾਂ ਆਲ੍ਹਣਾ ਬਣ ਜਾਵੇਗਾ, ਜਦਕਿ ਆਪਾਂ ਨੂੰ ਆਲ੍ਹਣਾ ਚਾਹੀਦਾ ਹੈ। ਠੀਕ ਹੈ ਫਰੈਂਡਸ, ਤਾਂ ਆਪਣਾ ਊੜਾ ਆਪਸ਼ਨ ਹਾਹਾ ਬਿਲਕੁਲ ਸਹੀ ਹੈ। ਪ੍ਰਸ਼ਨ 2, ਜਿਵੇਂ ਕਿਤਾਬ ਤੋਂ ਕਿਤਾਬਾਂ ਬਣਦਾ ਹੈ, ਤਾਂ ਦਰਖਤ ਤੋਂ ਕੀ ਬਣੇਗਾ? ਦਰੱਖਤਾਂ। ਫਰੈਂਡਸ, ਆਪਣਾ ਊੜਾ ਆਪਸ਼ਨ ਦਰੱਖਤਾਂ ਬਿਲਕੁਲ ਸਹੀ ਹੈ, ਕਿਉਂਕਿ ਦਰਖਤ ਤੋਂ ਜੇ ਆਪਾਂ ਉਸਦੇ ਜ਼ਿਆਦਾ ਦਰਖਤਾਂ ਦੀ ਗਿਣਤੀ ਕਰਨੀ ਹੋਵੇ ਤਾਂ ਦਰਖਤਾਂ ਆਵੇਗਾ। ਦਰਖਤ ਦਾ ਵਚਨ ਬਦਲੋ, ਦਰਖਤਾਂ ਹੋਵੇਗਾ। ਪ੍ਰਸ਼ਨ 3, ਵਿਲੱਖਣ ਸ਼ਬਦ ਦਾ ਅਰਥ ਦੱਸੋ? ਵੱਖਰਾ। ਫਰੈਂਡਸ, ਆਪਣਾ ਊੜਾ ਆਪਸ਼ਨ ਵੱਖਰਾ ਬਿਲਕੁਲ ਸਹੀ ਹੈ, ਕਿਉਂਕਿ ਵਿਲੱਖਣ ਸ਼ਬਦ ਦਾ ਅਰਥ ਵੱਖਰਾ ਹੀ ਹੁੰਦਾ ਹੈ। ਪ੍ਰਸ਼ਨ 4, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਜਾਨਵਰ ਹੈ? ਕਬੂਤਰ, ਤੋਤਾ, ਬਿੱਲੀ। ਫਰੈਂਡਸ, ਆਪਣਾ ਈਡੀ ਆਪਸ਼ਨ ਬਿੱਲੀ ਬਿਲਕੁਲ ਸਹੀ ਹੈ, ਕਿਉਂਕਿ ਕਬੂਤਰ, ਤੋਤਾ ਅਤੇ ਕਾਂ ਪੰਛੀ ਹਨ, ਪਰ ਇਕੱਲੀ ਬਿੱਲੀ ਇਹਨਾਂ ਵਿੱਚੋਂ ਜਾਨਵਰ ਹੈ। ਪ੍ਰਸ਼ਨ 5, ਉਪਰੋਕਤ ਪੈਰੇ ਵਿੱਚ ਜਿਸ ਪੰਛੀ ਦੀ ਗੱਲ ਹੋ ਰਹੀ ਹੈ, ਉਸ ਨੂੰ ਕਲਾਕਾਰ ਪੰਛੀ ਕਿਹਾ ਜਾਂਦਾ ਹੈ, ਸਿਆਣਾ ਪੰਛੀ ਕਿਹਾ ਜਾਂਦਾ ਹੈ, ਸੋਹਣਾ ਪੰਛੀ ਕਿਹਾ ਜਾਂਦਾ ਹੈ, ਜਾਂ ਪਿਆਰਾ ਪੰਛੀ ਕਿਹਾ ਜਾਂਦਾ ਹੈ? ਫਰੈਂਡਸ, ਆਪਣਾ ਊੜਾ ਆਪਸ਼ਨ ਕਲਾਕਾਰ ਬਿਲਕੁਲ ਸਹੀ ਹੈ, ਕਿਉਂਕਿ ਬਿਜੜੇ ਨੂੰ ਕਲਾਕਾਰ ਪੰਛੀ ਹੀ ਕਿਹਾ ਜਾਂਦਾ ਹੈ। ਤਾਂ ਦੇਖੋ, ਆਪਣੇ ਸਭ ਦਾ ਮਨਪਸੰਦ ਵਿਸ਼ਾ ਗਣਿਤ। ਦਿੱਤੇ ਹੋਏ ਚਿੱਤਰ ਦੇ ਰੰਗਦਾਰ ਹਿੱਸੇ ਦੀ ਬਣਦੀ ਪਿੰਨ ਦੀ ਤੁਲ ਭਿੰਨ ਵਾਲਾ ਚਿੱਤਰ ਚੁਣੋ। ਫਰੈਂਡਸ, ਦੇਖੋ, ਇੱਥੇ 4 ਡੱਬੇ ਹਨ। 4 ਵਿੱਚੋਂ ਇੱਕ ਡੱਬਾ ਰੰਗਿਆ ਹੋਇਆ ਹੈ, ਤਾਂ ਇਸ ਦਾ ਭਿੰਨ 1/4 ਬਣੇਗਾ। ਹੁਣ ਆਪਾਂ ਇਸ ਦੇ ਤੁਲ ਭਿੰਨ ਚੁਣਨੀ ਹੈ, ਤਾਂ ਆਪਾਂ ਉੱਤੇ 1 ਅਤੇ ਨੀਚੇ 4 ਨੂੰ 2 ਨਾਲ ਗੁਣਾ ਕਰਕੇ ਦੇਖਦੇ ਹਾਂ। ਜੇ ਆਪਾਂ ਗੁਣਾ ਕਰਕੇ ਦੇਖੀਏ ਤਾਂ ਆਪਣੇ ਲਵੇ 2/8 ਆਉਂਦਾ ਹੈ। ਤਾਂ ਦੇਖੋ, ਇਸ ਵਿੱਚ ਕਿਤੇ 8 ਡੱਬੇ ਹਨ। ਫਰੈਂਡਸ, ਸੱਸਾ ਤੇ ਊੜਾ ਆਪਸ਼ਨ ਵਿੱਚ 8 ਡੱਬੇ ਹਨ, ਪਰ ਆਪਾਂ ਨੂੰ 1 ਤੇ ਉੱਤੇ 2 ਨਾਲ ਗੁਣਾ ਕੀਤਾ ਹੈ, ਤਾਂ 2 ਡੱਬੇ ਰੰਗਦਾਰ ਹੋਣੇ ਚਾਹੀਦੇ ਹਨ। ਤਾਂ ਆਪਣਾ ਊੜਾ ਆਪਸ਼ਨ 8 ਡੱਬਿਆਂ ਵਿੱਚੋਂ 2 ਡੱਬੇ ਰੰਗੇ ਹੋਏ ਬਿਲਕੁਲ ਸਹੀ ਹੈ, ਕਿਉਂਕਿ ਇਸ ਦੀ ਭਿੰਨ 2/8 ਬਣਦੀ ਹੈ। ਪ੍ਰਸ਼ਨ 2, ਹੇਠ ਦਿਖਾਇਆ ਗਿਆ ਸਾਹਮਣਾ ਪਾਸਾ ਕਿਸ ਵਸਤੂ ਦਾ ਹੈ? ਊੜਾ ਡਾਇਸ, ਈੜੀ ਇੱਟ, ਊੜਾ ਡਾਇਸ, ਐੜਾ ਇੱਟ, ਈੜੀ ਗਿਲਾਸ
ਅਤੇ ਸੱਸਾ ਗੇਂਦ। ਫਰੈਂਡਸ, ਜੇ ਆਪਾਂ ਇਸ ਨੂੰ ਧਿਆਨ ਨਾਲ ਦੇਖੀਏ ਤਾਂ ਇਹ ਇੱਕ ਆਇਤ ਹੈ ਅਤੇ ਇੱਟ ਵੀ ਇੱਕ ਆਇਤ ਹੁੰਦੀ ਹੈ। ਤਾਂ ਆਪਣਾ ਐੜਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਦੇਖੋ ਪ੍ਰਸ਼ਨ 3। ਹੇਠਾਂ ਦਿੱਤੀ ਗਈ ਘੜੀ ਧਿਆਨ ਨਾਲ ਦੇਖੋ ਅਤੇ ਸਹੀ ਕਥਨ ਚੁਣੋ। ਦੇਖੋ ਫਰੈਂਡਸ, ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀ ਕਿ ਇਹ ਜਦੋਂ 12 ਤੋਂ ਵੱਧ 13, 14 ਦੀ ਟਾਈਮਿੰਗ ਹੋਵੇ ਤਾਂ ਉਹ 24 ਘੰਟਿਆਂ ਵਾਲੀ ਘੜੀ ਹੁੰਦੀ ਹੈ ਅਤੇ 24 ਘੰਟਿਆਂ ਵਿੱਚ ਦੁਪਹਿਰ ਦੇ 12 ਵਜੇ ਤੱਕ 1 ਤੋਂ 12 ਦਾ ਸਮੇਂ ਹੀ ਰਹਿੰਦਾ ਹੈ ਅਤੇ ਉਸ ਤੋਂ ਬਾਅਦ 13, 14 ਕਰਕੇ ਚੱਲਣ ਲੱਗ ਜਾਂਦਾ ਹੈ। ਤਾਂ ਹੁਣ ਦੇਖੋ ਇਸ ਦੇ ਰਿਲੇਟਡ ਪ੍ਰਸ਼ਨ ਉੱਤਰ। ਊੜਾ ਆਪਸ਼ਨ, ਇਹ 24 ਘੰਟਿਆਂ ਵਾਲੀ ਘੜੀ ਹੈ। ਫਰੈਂਡਸ, ਇਹ ਬਿਲਕੁਲ ਸਹੀ ਹੈ। ਇਸ ਘੜੀ ਉੱਪਰ ਸਮਾਂ 6:15 PM ਸ਼ਾਮ ਦੇ 6:15 ਦਾ ਹੈ। ਫਰੈਂਡਸ, ਇਹ ਵੀ ਬਿਲਕੁਲ ਸਹੀ ਹੈ ਕਿਉਂਕਿ ਜੇ ਦੁਪਹਿਰ ਦੇ 12 ਜੇ ਸਵੇਰ ਦੇ 6:15 ਦਾ ਸਮਾਂ ਹੁੰਦਾ ਤਾਂ ਇੱਥੇ 6:15 ਹੀ ਲਿਖਿਆ ਹੁੰਦਾ। ਈੜੀ ਉੱਪਰ ਸਮਾਂ 6:15 AM ਦਾ ਹੈ। ਫਰੈਂਡਸ, ਬਿਲਕੁਲ ਗਲਤ ਹੈ ਕਿਉਂਕਿ ਸ਼ਾਮ ਦੇ 6:15 ਦਾ ਸਮਾਂ ਹੈ, ਇਸ ਤੇ ਸਵੇਰ ਦੇ ਨਹੀਂ। ਸੱਸਾ ਕਥਨ ਊੜਾ ਅਤੇ ਆੜਾ ਦੋਨੋਂ ਸਹੀ ਹਨ। ਫਰੈਂਡਸ, ਆਪਣਾ ਸੱਸਾ ਆਪਸ਼ਨ ਊੜਾ ਅਤੇ ਐੜਾ ਦੋਨੋਂ ਸਹੀ ਹਨ, ਬਿਲਕੁਲ ਸਹੀ ਹੈ। ਅੱਗੇ ਦੇਖੋ ਪ੍ਰਸ਼ਨ 4। ਸਮਝੋ ਅਤੇ ਪੈਟਰਨ ਪੂਰਾ ਕਰੋ। 25, 20, 15, 10। ਫਰੈਂਡਸ ਦੇਖੋ, ਜੇ ਆਪਾਂ ਇੱਥੇ ਧਿਆਨ ਨਾਲ ਦੇਖੀਏ ਇਸ ਨੂੰ ਤਾਂ ਇੱਥੇ ਜੇ ਆਪਾਂ ਪਿੱਛੇ ਤੋਂ ਦੇਖੀਏ ਤਾਂ 5 ਦਾ ਵੱਧਦਾ ਕ੍ਰਮ ਬਣ ਰਿਹਾ ਹੈ ਅਤੇ ਜੇ ਅੱਗੇ ਤੋਂ ਦੇਖੀਏ ਤਾਂ 5 ਦਾ ਘਟਦਾ ਕ੍ਰਮ ਬਣ ਰਿਹਾ ਹੈ। ਇਹਨਾਂ ਵਿੱਚੋਂ ਆਪਾਂ 5 ਘਟਾਉਂਦੇ ਜਾਂਦੇ ਹਾਂ। 25 ਚੋਂ 5 ਕੱਢੇ 20, 20 ਚੋਂ 5 ਕੱਢੇ 15, 15 ਚੋਂ 5 ਕੱਢੇ 10 ਅਤੇ ਫਿਰ ਜੇ ਆਪਾਂ 10 ਚੋਂ 5 ਕੱਢਾਂਗੇ ਤਾਂ ਇੱਥੇ ਰਹਿ ਜਾਣਗੇ 5 ਅਤੇ ਜੇ ਆਪਾਂ ਫਿਰ 5 ਵਿੱਚੋਂ ਹੀ 5 ਕੱਢ ਦੇਵਾਂਗੇ ਤਾਂ ਇੱਥੇ ਰਹਿ ਜਾਣਗੇ 0। ਤਾਂ ਆਪਣਾ ਈਡੀ ਆਪਸ਼ਨ 5 ਅਤੇ 0 ਬਿਲਕੁਲ ਸਹੀ ਹੈ। ਫਰੈਂਡਸ, ਜੇ ਤੁਹਾਨੂੰ ਕੋਈ ਸਵਾਲ ਮੇਰੇ ਤੋਂ ਇੱਦਾਂ ਸਮਝ ਨਹੀਂ ਆਉਂਦਾ ਤਾਂ ਤੁਸੀਂ ਮੈਥੋਂ ਨੀਚੇ ਕਮੈਂਟ ਕਰਕੇ ਵੀ ਉਹ ਸਵਾਲ ਪੁੱਛ ਸਕਦੇ ਹੋ। ਮੈਂ ਉੱਥੇ ਹੀ ਤੁਹਾਨੂੰ ਇਸ ਦਾ ਜਵਾਬ ਦੇ ਦੇਵਾਂਗਾ। ਠੀਕ ਹੈ। ਅੱਗੇ ਪ੍ਰਸ਼ਨ 5। ਭਿੰਨਾਤਮਕ ਰੂਪ ਵਿੱਚ ਅੰਕੜਿਆਂ ਨੂੰ ਦਰਸਾਉਣ ਲਈ ਕਿਸ ਗ੍ਰਾਫ ਦੀ ਵਰਤੋਂ ਕਰਾਂਗੇ? ਚਿੱਤਰ ਗ੍ਰਾਫ, ਛੜ ਗ੍ਰਾਫ, ਗੋਲ ਨਕਸ਼ਾ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਫਰੈਂਡਸ, ਭਿੰਨਾਤਮਕ ਰੂਪ ਵਿੱਚ ਜਦੋਂ ਆਪਾਂ ਅੰਕੜਿਆਂ ਨੂੰ ਦਰਸਾਉਣਾ ਹੁੰਦਾ ਹੈ ਤਾਂ ਆਪਾਂ ਹਮੇਸ਼ਾ ਈਡੀ ਉੱਤਰ ਗੋਲ ਨਕਸ਼ੇ ਦੀ ਹੀ ਵਰਤੋਂ ਕਰਦੇ ਹਾਂ। ਗੋਲ ਨਕਸ਼ੇ ਨੂੰ ਇੰਗਲਿਸ਼ ਵਿੱਚ ਪਾਈ ਚਾਰਟ ਵੀ ਕਹਿੰਦੇ ਹਨ। ਇਹ ਇੱਕ ਗੋਲ ਚੱਕਰ ਦੀ ਤਰ੍ਹਾਂ ਗੋਲ ਚੱਕਰ ਹੁੰਦਾ ਹੈ ਜਿਸ ਵਿੱਚ ਕਈ ਹਿੱਸਾ ਰੰਗ ਕੇ ਉਸ ਦੀ ਭਿੰਨਾਤਮਕ ਰੂਪ ਵਿੱਚ ਦੱਸਿਆ ਜਾਂਦਾ ਹੈ। ਤਾਂ ਆਪਣਾ ਈਡੀ ਆਪਸ਼ਨ ਗੋਲ ਨਕਸ਼ਾ ਬਿਲਕੁਲ ਸਹੀ ਹੈ। ਅੱਗੇ ਦੇਖੋ ਸਬਜੈਕਟ ਇੰਗਲਿਸ਼। An old lady lives near Seema's house. She has a brown dog. ਸੀਮਾ ਦੇ ਘਰ ਦੇ ਨੇੜੇ ਇੱਕ ਬੁੱਢੀ ਔਰਤ ਰਹਿੰਦੀ ਹੈ। ਉਸ ਕੋਲ ਇੱਕ ਭੂਰੇ ਰੰਗ ਦਾ ਕੁੱਤਾ ਹੈ। ਸੀਮਾ goes to her house daily. ਸੀਮਾ ਉਸ ਦੇ ਘਰੇ ਰੋਜ਼ ਜਾਂਦੀ ਹੈ। The lady sits with the dog on a big red chair. ਉਹ ਬੁੱਢੀ ਆਪਣੇ ਕੁੱਤੇ ਨਾਲ ਇੱਕ ਵੱਡੀ ਲਾਲ ਕੁਰਸੀ 'ਤੇ ਬੈਠਦੀ ਹੈ। She also makes tasty food for ਸੀਮਾ. ਉਹ ਸੀਮਾ ਲਈ ਸਵਾਦਿਸ਼ਟ ਖਾਣਾ ਵੀ ਬਣਾਉਂਦੀ ਹੈ। ਸੀਮਾ likes to play with the dog. One day
ਸੀਮਾ ਗॉट ਅ ਗਿਫਟ ਫॉर द ਲੇਡੀ। ਸੀਮਾ ਨੂੰ ਉਸਦੇ ਕੁੱਤੇ ਨਾਲ ਖੇਡ ਕੇ ਬਹੁਤ ਮਜ਼ਾ ਆਉਂਦਾ ਹੈ। ਇੱਕ ਦਿਨ ਸੀਮਾ ਉਸਦੇ ਲਈ ਇੱਕ ਤੋਹਫਾ ਲੈ ਕੇ ਜਾਂਦੀ ਹੈ। ਇਟ ਵਾਜ਼ ਅ ਬਿਊਟੀਫੁਲ ਬਲੈਂਕਟ। ਉਹ ਇੱਕ ਸੋਹਣਾ ਤੇ ਵੱਡਾ ਕੰਬਲ ਸੀ। ਸੀਮਾ told her that the blanket will keep her warm in the winter। ਸੀਮਾ ਨੇ ਉਸ ਨੂੰ ਕਿਹਾ ਕਿ ਇਹ ਕੰਬਲ ਉਸ ਨੂੰ ਸਰਦੀਆਂ ਦੇ ਵਿੱਚ ਗਰਮ ਰੱਖੇਗਾ। The lady was very happy and thanked ਸੀਮਾ। ਉਹ ਬੁੱਢੀ ਔਰਤ ਬਹੁਤ ਖੁਸ਼ ਸੀ ਅਤੇ ਉਸਨੇ ਸੀਮਾ ਦਾ ਧੰਨਵਾਦ ਕੀਤਾ। ਤਾਂ ਫਰੈਂਡਸ ਹੁਣ ਆਪਾਂ ਆਹ 5 ਕੁਐਸਚਨ ਆਨਸਰ ਕਰਨੇ ਨੇ। ਤਾਂ ਦੇਖੋ ਆਪਣਾ ਫਸਟ ਕੁਐਸਚਨ। The old lady has a black dog, white dog, bright dog, brown dog। फ्रेंड्स अपना ऑप्शन डी ब्राउन डॉग बिल्कुल सही है, क्योंकि उस बुढ़ी लवे पूरे रंग का कुत्ता सी। The lady sits on a big red bench, चेयर। फ्रेंड्स अपना ऑप्शन बी चेयर बिल्कुल सही है, क्योंकि ਉਹ ਬੁੱਢੀ ਇੱਕ ਵੱਡੀ ਲਾਲ ਕੁਰਸੀ ਤੇ ਬੈਠਦੀ ਸੀ। क्वेश्चन 3 What did Seema gift to the lady? Dog, chair, blanket। फ्रेंड्स अपना ऑप्शन सी ब्लैंकेट बिल्कुल सही है, क्योंकि सीमा ने उस बूढ़ी औरत ਨੂੰ ਕੰਬਲ ਗਿਫਟ ਕੀਤਾ ਸੀ। Choose the incorrect option for verb। lady, live, make, go। फ्रेंड्स अपना लेडी ऑप्शन बिल्कुल सही है, क्योंकि ये वर्ब नहीं है। लिव, लिव्ड, लिव्ड, लिव, लिव्ड, लिव, मेक, मेड, मेक, गो, वेंट, गोन। फ्रेंड्स देखो ਇਹ ਤਿੰਨਾਂ ਦੀ ਡਿਗਰੀ ਹਨ। ਇਹ ਤਿੰਨ ਆਪਣੇ ਅੱਗੇ ਅੱਗੇ ਪਾਸਟ, ਪ੍ਰੈਜ਼ੈਂਟ, ਫਿਊਚਰ ਵਿੱਚ ਵੰਡੇ ਜਾਂਦੇ ਹਨ, ਪਰ ਲੇਡੀ ਲੇਡੀ ਹੀ ਰਹਿੰਦੀ ਹੈ। ਲੇਡੀ ਇੱਕ ਕਾਮਨ ਨਾਊਨ ਹੈ, ਤਾਂ ਆਪਣਾ ਆਪਸ਼ਨ ਏ ਲੇਡੀ ਬਿਲਕੁਲ ਸਹੀ ਹੈ। क्वेश्चन 5 Choose the opposite of beautiful। nice, bad, ugly। फ्रेंड्स अपना ऑप्शन सी अगली बिल्कुल सही है, क्योंकि ब्यूटीफुल ਦਾ ਸੁੰਦਰ ਦਾ ਵਿਰੋਧੀ ਸ਼ਬਦ ਕੁਰੂਪ या फिर ਭੱਦਾ ही होवेगा। आगे देखिए विषय हिंदी। एक बार महाराजा रंजीत सिंह अपने अंगरक्षकों के साथ शिकार खेलने के लिए जा रहे थे। तभी एक पत्थर का टुकड़ा बड़ी जोर से उनकी कनपटी पर लगा। अंगरक्षकों ने देखा कि कुछ बच्चे पत्थर मार मार कर बेर तोड़ रहे थे। वे बच्चों को पकड़कर महाराज के पास ले आए। आपने कहा कि बेरी को पत्थर मारने पर वह तुम्हें बेर देती है, तो मैं तुम्हें दंड कैसे दे सकता हूँ। फ्रेंड्स इस पैरे में हमें महाराजा रंजीत सिंह की विद्वानता और उनकी दया नीति के बारे में बताया गया है। तो देखिए प्रश्न 1 अंगरक्षकों के साथ शिकार खेलने कौन जा रहा था। एक बूढ़ा व्यक्ति, महाराजा रंजीत सिंह। फ्रेंड्स हमारा ऑप्शन 2 महाराजा रंजीत सिंह बिल्कुल सही है। प्रश्न 2 यदि किताब का किताबें हैं तो बच्चा का क्या होगा। बच्चे। फ्रेंड्स हमारा ऑप्शन 1 ये वाला बच्चे बिल्कुल सही है, क्योंकि ये बच्चे बन रहा है और ये बच्चा और ये बच्ची बन रहा है, पर हमारा ऑप्शन 1 बच्चे बिल्कुल सही है। आगे देखिए प्रश्न 3 महाराजा को कनपटी पर लगा। बेर, तीर, पत्थर का टुकड़ा। फ्रेंड्स हमारा ऑप्शन 3 पत्थर का टुकड़ा बिल्कुल सही है, क्योंकि महाराजा रंजीत सिंह को कनपटी पर पत्थर का टुकड़ा लगा था। प्रश्न 4 कनपटी का अर्थ क्या होता है। कान और आँख के बीच का स्थान। फ्रेंड्स हमारा ऑप्शन 1 कान और आँख के बीच का स्थान बिल्कुल सही है।
क्योंकि कान और आंख के बीच के स्थान को ही कनपटी कहते हैं। प्रश्न 5, बच्चे पत्थर मार मार कर बेर तोड़ रहे थे। इस वाक्य में बेर क्या है? मिठाई, फूल, फल। फ्रेंड्स, हमारा ऑप्शन 3 फल बिल्कुल सही है, क्योंकि बेर एक फल होता है। अगे देखो विषय वातावरण सिक्ख्या। प्रश्न 1, सुखमन ਦੇ ਮਾਤਾ ਜੀ ਟਰੰਕ ਵਿੱਚੋਂ ਗਰਮ ਕੱਪੜੇ ਅਤੇ ਕੰਬਲ ਕੱਢ ਰਹੇ ਸੀ। ਸੁਖਮਨ ਇਸ ਤੋਂ ਕੀ ਅਨੁਮਾਨ ਲਗਾਵੇਗਾ? ਗਰਮੀ ਸ਼ੁਰੂ ਹੋਣ ਵਾਲੀ ਹੈ, ਸਰਦੀ ਸ਼ੁਰੂ ਹੋਣ ਵਾਲੀ ਹੈ। फ्रेंड्स, अपना ऑप्शन 2 सर्दी शुरू होने वाली है बिल्कुल सही है, क्योंकि जे ਆਪਾਂ ਗਰਮ ਕੱਪੜੇ, ਗਰਮ ਪਾਣ ਵਾਲੇ ਕੱਪੜੇ ਕੱਢਾਂਗੇ ਅਤੇ ਕੰਬਲ ਕੱਢਾਂਗੇ ਤਾਂ ਉਹ ਗਰਮ ਕੱਪੜੇ ਅਤੇ ਕੰਬਲ ਆਪਾਂ ਸਰਦੀ ਵਿੱਚ ਹੀ ਲੈਣੇ ਹਾਂ, ਤਾਂ ਇਸ ਤੋਂ ਆਪਾਂ ਨੂੰ ਪਤਾ ਚੱਲੇਗਾ ਕਿ ਸਰਦੀ ਆਉਣ ਵਾਲੀ ਹੈ। ਅੱਗੇ ਦੇਖੋ ਪ੍ਰਸ਼ਨ 2, ਤੁਸੀਂ ਚੜ੍ਹਦੇ ਸੂਰਜ ਵੱਲ ਮੂੰਹ ਕਰਕੇ ਖੜੇ ਹੋ, ਤੁਹਾਡੇ ਸੱਜੇ ਹੱਥ ਕਿਹੜੀ ਦਿਸ਼ਾ ਹੋਵੇਗੀ? ਪੂਰਬ, ਪੱਛਮ, ਉੱਤਰ, ਦੱਖਣ। ਫਰੈਂਡਸ, ਜੇ ਆਪਾਂ ਚੜ੍ਹਦੇ ਸੂਰਜ ਵੱਲ ਮੂੰਹ ਕਰਕੇ ਖੜੀਏ ਤਾਂ ਆਪਣੇ ਸੱਜੇ ਹੱਥ ਵਿੱਚ ਹਮੇਸ਼ਾ ਦੱਖਣ ਦਿਸ਼ਾ ਹੋਵੇਗੀ, ਤਾਂ ਆਪਣਾ ਆਪਸ਼ਨ 4 ਦੱਖਣ ਦਿਸ਼ਾ ਬਿਲਕੁਲ ਸਹੀ ਹੈ। ਲੰਬੀ ਦੂਰੀ ਅਤੇ ਤੇਜ਼ ਚੱਲਣ ਵਾਲੀਆਂ ਰੇਲ ਗੱਡੀਆਂ ਵਿੱਚ ਖਾਣਾ ਬਣਾਉਣ ਲਈ ਰਸੋਈ ਹੁੰਦੀ ਹੈ। ਇਸ ਨੂੰ ਕੀ ਕਿਹਾ ਜਾਂਦਾ ਹੈ? ਵੱਡੀ ਰਸੋਈ, ਲੋਕਾਂ ਦੀ ਰਸੋਈ, ਪੈਂਟਰੀ ਕਾਰ, ਚੱਲਦੀ ਫਿਰਦੀ ਰਸੋਈ। ਫਰੈਂਡਸ, ਆਪਣਾ ਆਪਸ਼ਨ 4 ਚੱਲਦੀ ਫਿਰਦੀ ਰਸੋਈ ਬਿਲਕੁਲ ਸਹੀ ਹੈ, ਕਿਉਂਕਿ ਇਸ ਨੂੰ ਇੱਕ ਚੱਲਦੀ ਫਿਰਦੀ ਰਸੋਈ ਹੀ ਕਿਹਾ ਜਾਂਦਾ ਹੈ। ਅੱਗੇ ਦੇਖੋ ਪ੍ਰਸ਼ਨ 4, ਅਗਲੇ ਦੰਦ 8, ਸੂਏ ਦੰਦ 4, ਅਗਰ ਜਾੜ 8, ਜਾੜ 12। ਫਰੈਂਡਸ, ਅਗਲੇ ਦੰਦ ਹੁੰਦੇ ਨੇ ਜਿਹੜੇ ਆਪਣੇ ਬਿਲਕੁਲ ਅਗਲੇ ਮੂਹਰੇ ਵਾਲੇ 4 ਉੱਤੇ ਵਾਲੇ ਤੇ 4 ਨੀਚੇ ਵਾਲੇ, ਕੁੱਲ ਮਿਲਾ ਕੇ 8 ਦੰਦ ਹੁੰਦੇ ਹਨ, ਉਹਨਾਂ ਨੂੰ ਅਗਲੇ ਦੰਦ ਕਿਹਾ ਜਾਂਦਾ ਹੈ। ਸੂਏ ਦੰਦ ਉਹ ਹੁੰਦੇ ਹਨ ਜੋ ਅਗਲੇ ਦੰਦਾਂ ਦੇ ਨਾਲ ਦੋ ਦੰਦਾਂ ਦੀਆਂ ਜੋੜੀਆਂ ਹੁੰਦੀਆਂ ਹਨ, ਇੱਕ ਉੱਤੇ ਇੱਕ ਨੀਚੇ, ਉਹਨਾਂ ਨੂੰ ਸੂਏ ਦੰਦ ਕਿਹਾ ਜਾਂਦਾ ਹੈ। ਉਹਨਾਂ ਤੋਂ ਪਿੱਛੇ ਵਾਲੇ 4 ਉੱਤੇ ਵਾਲੇ ਅਤੇ 4 ਨੀਚੇ ਵਾਲੇ ਦੰਦਾਂ ਨੂੰ ਅਗਰ ਜਾੜ ਕਿਹਾ ਜਾਂਦਾ ਹੈ, ਅਤੇ ਪਿੱਛੇ ਵਾਲੇ 6 ਦੰਦਾਂ ਦੇ ਇੱਕ ਉੱਤੇ ਤੇ ਇੱਕ ਨੀਚੇ ਟੋਟਿਆਂ ਨੂੰ ਜਾੜ ਕਿਹਾ ਜਾਂਦਾ ਹੈ। ਤਾਂ ਦੇਖੋ ਆਪਣੇ ਲਵੇ ਪ੍ਰਸ਼ਨ ਹੈ, ਉਪਰੋਕਤ ਸੂਚੀ ਦੇ ਅਨੁਸਾਰ ਦੱਸੋ ਕਿ ਭੋਜਨ ਚਬਾਉਣ ਵਾਲੇ ਦੰਦ ਅਤੇ ਇਹਨਾਂ ਦੀ ਗਿਣਤੀ ਕਿੰਨੀ ਹੁੰਦੀ ਹੈ? ਫਰੈਂਡਸ, ਆਪਾਂ ਭੋਜਨ ਹਮੇਸ਼ਾ ਪਿਛਲੇ ਦੰਦਾਂ ਤੋਂ ਚਬਾਉਂਦੇ ਹਾਂ, ਤਾਂ ਸਭ ਤੋਂ ਪਿੱਛੇ ਆਪਣੀਆਂ ਹੁੰਦੀਆਂ ਹਨ ਜਾੜਾਂ, ਤਾਂ ਆਪਣਾ ਆਪਸ਼ਨ 2 ਜਾੜਾਂ 12, ਜਾੜ ਦੇ 12 ਦੰਦ ਬਿਲਕੁਲ ਸਹੀ ਹੈ। ਪ੍ਰਸ਼ਨ 5, ਰੁੱਖ ਦਾ ਕਿਹੜਾ ਭਾਗ ਪਾਣੀ ਸੋਖਣ ਦਾ ਕੰਮ ਕਰਦਾ ਹੈ? ਪੱਤੇ, ਤਣਾ, ਟਾਹਣੀਆਂ, ਜੜ੍ਹਾਂ। ਫਰੈਂਡਸ, ਆਪਣਾ ਆਪਸ਼ਨ 4 ਟਾਹਣੀਆਂ ਬਿਲਕੁਲ ਸਹੀ ਹੈ, ਆਪਣਾ ਆਪਸ਼ਨ 4 ਜੜ੍ਹਾਂ ਬਿਲਕੁਲ ਸਹੀ ਹੈ, ਕਿਉਂਕਿ ਜੜ੍ਹਾਂ ਮਿੱਟੀ 'ਚੋਂ ਪਾਣੀ ਸੋਖ ਕੇ ਪੌਦੇ ਦੇ ਦੂਜੇ ਹਿੱਸੇ ਤੱਕ ਪਹੁੰਚਾਉਂਦੀਆਂ ਹਨ। ਤਾਂ ਫਰੈਂਡਸ, ਮੈਨੂੰ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਅਤੇ ਆਪਣੀ ਪੈਸ ਪ੍ਰੀਖਿਆ ਵਿੱਚ ਸੋਹਣੇ ਨੰਬਰ ਲਵੋਗੇ। ਠੀਕ ਹੈ ਫਰੈਂਡਸ, ਓਕੇ ਬਾਏ, ਹੈਵ ਅ ਨਾਈਸ ਡੇ।